ਹਾਂਜੀ, ਸਵੈ ਜੀਵਨੀ ਸਾਹਿਤ ਵਿੱਚ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਤੇ ਸਵੈ ਜੀਵਨੀ ਜਿਹੜਾ ਹੈ ਬੇਟਾ ਜੀ ਸਿਲੇਬਸ ਦੇ ਵਿੱਚ ਉਹ ਹੈਗਾ ਸਿਰਫ ਸੈਕੰਡ ਗ੍ਰੇਡ ਦੇ ਵਿੱਚ। ਸੈਕੰਡ ਗ੍ਰੇਡ ਦੇ ਵਿੱਚ ਹੀ ਸਿਰਫ ਸਵੈ ਜੀਵਨੀ ਦੇ ਰੱਖਿਆ, ਫਸਟ ਗ੍ਰੇਡ ਦੇ ਵਿੱਚ ਨਹੀਂ ਦਿੱਤਾ ਹੋਇਆ ਸਵੈ ਜੀਵਨੀ ਸਾਹਿਤ। ਸੋ ਆਪਾਂ ਇਹਦੇ ਵਿੱਚ ਹੀ ਜ਼ਿਕਰ ਕਰਾਂਗੇ। ਸੈਕੰਡ ਗ੍ਰੇਡ ਦੇ ਨਾਲ ਸੰਬੰਧਿਤ ਆਪਾਂ ਜਿਹੜੇ ਸਾਡੇ ਸਵੈ ਜੀਵਨੀ ਸਾਹਿਤਕਾਰ ਪੜ੍ਹਨੇ ਆ। ਤੇ ਉਸ ਤੋਂ ਪਹਿਲਾਂ ਸਾਡੀ 12ਵੀਂ ਜਮਾਤ ਵਾਲੀ ਬੁੱਕ ਦੇ ਵਿੱਚ ਕੀ ਕੁਝ ਦੇ ਰੱਖਿਆ ਸਵੈ ਜੀਵਨੀ ਦੇ ਬਾਰੇ। ਪ੍ਰਸ਼ਨ ਇੱਥੋਂ ਤੁਹਾਨੂੰ ਪਤਾ ਬਹੁਤ ਬਣਦੇ ਆ। ਪ੍ਰਸ਼ਨ ਕਿੱਥੋਂ ਕਿੱਥੋਂ ਬਣਦੇ ਤੁਹਾਨੂੰ ਡਾਇਰੈਕਟ ਦੱਸਦਾ ਜਾਣਾ। ਆ ਜਾਓ ਜੀ। ਸਵੈ ਜੀਵਨੀ ਦਾ ਸੰਬੰਧ ਹੈਗਾ ਸਵੈ ਬਿਰਤਾਂਤ। ਸਵੈ ਦਾ ਮਤਲਬ ਹੁੰਦਾ ਆਪਣਾ ਆਪ, ਆਪਣਾ ਆਪ ਹੈ ਨਾ। ਸਵੈ ਆਪਣਾ ਆਪ। ਕੁਝ ਲੋਕ ਸਵੈ ਜੀਵਨੀ ਨੂੰ ਆਤਮ ਕਥਾ ਵੀ ਕਹਿੰਦੇ ਆ, ਹੈ ਨਾ। ਆਤਮ ਕਥਾ, ਆਟੋਬਾਇਓਗ੍ਰਾਫੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸਵੈ ਬਿਰਤਾਂਤ ਜਾਂ ਆਤਮ ਵਰਣਨ ਇਹਦੇ ਨਾਮ ਹੋਰ ਵੀ ਦੇ ਰੱਖੇ ਆ, ਜਿਹਦੇ ਵਿੱਚ ਲੇਖਕ ਆਪਣੇ ਜੀਵਨ ਵਿਅਕਤੀਤਵ ਦੀਆਂ ਖਾਸ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਕੁਝ ਖਾਸ ਘਟਨਾਵਾਂ ਦਾ ਜ਼ਿਕਰ ਕਰਦਾ ਹੈ, ਪੂਰੇ ਜੀਵਨ ਦਾ ਜ਼ਿਕਰ ਨਹੀਂ ਕਰਦਾ, ਕੁਝ ਖਾਸ ਘਟਨਾਵਾਂ ਦਾ ਜ਼ਿਕਰ ਕਰਦਾ ਹੈ। ਜੀਵਨ ਦੀ ਇੱਕ ਇੱਕ ਦਿਨ ਦਾ ਜ਼ਿਕਰ ਨਹੀਂ ਕਰਦਾ ਸਵੈ ਜੀਵਨੀ ਦੇ ਵਿੱਚ, ਨਹੀਂ, ਕੁਝ ਖਾਸ ਘਟਨਾਵਾਂ। ਇਹਨਾਂ ਦੀ ਪੁਨਰ ਸਿਰਜਣਾ ਕਰਦਾ ਹੈ। ਪੁਨਰ ਸਿਰਜਣਾ ਹੀ ਹੋਗੀ ਜਦੋਂ ਆਪਣੀ ਸਵੈ ਜੀਵਨੀ ਲਿਖੀ ਜਾਂਦੀ ਹੈ ਤਾਂ ਉਹ ਘਟਨਾਵਾਂ ਦੀ ਪੁਨਰ ਸਿਰਜਣਾ ਹੋਗੀ। ਦੁਬਾਰੇ ਉਹਨਾਂ ਘਟਨਾਵਾਂ ਨੂੰ ਯਾਦ ਕੀਤਾ ਜਾਂਦਾ ਹੈ, ਤਰੋ-ਤਾਜ਼ਾ ਕੀਤਾ ਜਾਂਦਾ ਹੈ। ਇਸ ਦਾ ਮੰਤਵ ਉਦੇਸ਼ ਕੀ ਹੈ? ਪਾਠਕਾਂ ਨੂੰ ਸੰਬੋਧਨ ਕਰਨਾ ਹੁੰਦਾ ਤਾਂ ਜੋ ਉਸ ਦੇ ਜੀਵਨ ਅਨੁਭਵ ਤੋਂ ਸੇਧ ਜਾਂ ਅਗਵਾਈ ਲਈ ਜਾ ਸਕੇ। ਵੀ ਪਾਠਕ ਹੈ ਜਿਹੜੇ ਉਹ ਲੇਖਕ ਦੇ ਜੀਵਨ ਤੋਂ ਕੋਈ ਸੇਧ ਜਾਂ ਅਗਵਾਈ ਲੈ ਸਕਣ। ਅੰਮ੍ਰਿਤਾ ਪ੍ਰੀਤਮ ਨੇ ਸਵੈ ਜੀਵਨੀ ਦੇ ਬਾਰੇ ਸਵੈ ਜੀਵਨੀ ਨੂੰ ਕੀ ਕਿਹਾ ਹੈ? ਯਥਾਰਥ ਤੋਂ ਯਥਾਰਥ ਤੱਕ ਦਾ ਅਮਲ। ਬਹੁਤ ਇੰਪੋਰਟੈਂਟ ਹੈ, ਤੁਸੀਂ ਚੇਤੇ ਰੱਖਣਾ ਇਸ ਨੂੰ, ਕਿਉਂਕਿ ਇਹਦੇ ਵਿੱਚ ਸਵੈ ਜੀਵਨੀਕਾਰ ਸਿਰਫ ਆਪਣੇ ਜੀਵਨ ਦੀਆਂ ਸਿਰਫ ਮਤਲਬ ਕੀ ਹੈ ਵੀ ਖੂਬੀਆਂ ਨਹੀਂ ਦੱਸਦਾ, ਕਮਜ਼ੋਰੀਆਂ ਦਾ ਵੀ ਜ਼ਿਕਰ ਕਰਦਾ ਹੈ, ਉਪਲਬਧੀਆਂ ਦਾ ਵੀ, ਜੀਵਨ ਵਿੱਚ ਦੀਆਂ ਘਟਨਾਵਾਂ ਦੇ ਹਰ ਇੱਕ ਪਹਿਲੂ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ। ਸਿਰਫ ਐਵੇਂ ਨਹੀਂ ਵੀ ਜੀਵਨ ਦੀਆਂ ਜਿਹੜੀਆਂ ਕੁਝ ਖੂਬੀਆਂ ਉਹਨਾਂ ਨੂੰ ਗਿਣਾਤਾ ਤੇ ਲਓ ਜੀ ਸਵੈ ਜੀਵਨੀ ਹੋ ਗਈ। ਨਾ ਬੇਟਾ ਨਾ, ਉਹਦੇ ਵਿੱਚ ਆਪਣੇ ਜੀਵਨ ਦੇ ਨਾਲ ਸੰਬੰਧਿਤ, ਕਿਉਂਕਿ ਖੂਬੀਆਂ ਨਹੀਂ ਹੋ ਸਕਦੀਆਂ ਨਿਰੀਆਂ ਕਿਸੇ ਬੰਦੇ ਵਿੱਚ। ਜੇ ਸਿਰਫ ਖੂਬੀਆਂ ਹੀ ਆ ਕਿਸੇ ਵਿੱਚ, ਉਹ ਬੰਦਾ ਨਹੀਂ ਗਾ, ਉਹ ਦੇਵਤਾ ਫਿਰ ਜਾਂ ਰੱਬ ਆ ਉਹ। ਜੇ ਬੰਦੇ ਆ, ਤੁਸੀਂ ਆਪਣੇ ਆਪ ਨੂੰ ਬੰਦੇ ਮੰਨਦੇ ਆ, ਫਿਰ ਤੁਹਾਡੇ ਵਿੱਚ ਖੂਬੀਆਂ ਵੀ ਆ, ਕਮੀਆਂ ਵੀ ਆ, ਸਾਰਿਆਂ ਦੇ ਵਿੱਚ ਹੀ ਹੁੰਦੀਆਂ। ਸਵੈ ਜੀਵਨੀ ਹੈ ਜਿਹੜੀ ਪੰਜਾਬੀ ਸਾਹਿਤ ਦੇ ਵਿੱਚ ਸਵੈ ਜੀਵਨੀ ਸ਼ੁਰੂ ਕਰਨ ਵਾਲਾ ਕੌਣ ਹੈ? ਪ੍ਰਸਿੱਧ ਨਾਵਲਕਾਰ ਹੈ ਨਾਨਕ ਸਿੰਘ, ਜਿਸ ਨੇ ਸਵੈ ਜੀਵਨੀ ਮੇਰੀ ਦੁਨੀਆ, ਨਾਨਕ ਸਿੰਘ ਦੀ ਸਵੈ ਜੀਵਨੀ ਮੇਰੀ ਦੁਨੀਆ, ਜਿਹਦਾ ਜ਼ਿਕਰ ਕਰਾਂਗੇ। ਪਹਿਲਾ ਪ੍ਰਕਾਸ਼ਨ 1949 ਦੇ ਵਿੱਚ ਹੁੰਦਾ ਹੈ। ਵੈਰੀ ਇੰਪੋਰਟੈਂਟ, ਯਾਦ ਰੱਖਣਾ ਹੈ ਤੁਸੀਂ, ਕਿਉਂਕਿ ਇਹ ਸਿਲੇਬਸ ਦੇ ਵਿੱਚ ਹੀ ਦੇ ਰੱਖਿਆ। ਆਧੁਨਿਕ ਪੰਜਾਬੀ ਵਾਰਤਕ ਦੀ ਪਹਿਲੀ ਸਵੈ ਜੀਵਨੀ ਹੈ ਇਹ, ਜਿਸ ਦੇ ਵਿੱਚ ਨਾਵਲਕਾਰ ਨੇ ਜੀਵਨ ਦੇ ਕਈ ਪੱਖ ਸਾਹਮਣੇ ਰੱਖੇ ਹਨ। ਨਿੱਜੀ ਅਨੁਭਵ ਦੇ ਨਾਲ ਨਾਲ 1947 ਦੇ ਵੰਡ, 1947 ਦਾ ਜਿਹੜਾ ਪਾਰਟੀਸ਼ਨ ਹੋਇਆ ਸੀ ਉਸ ਦਾ ਵੀ ਜ਼ਿਕਰ ਕੀਤਾ ਹੈ ਇਸ ਆਪਣੀ ਸਵੈ ਜੀਵਨੀ ਦੇ ਵਿੱਚ, ਜਿਹਦਾ ਨਾਮ ਹੈ ਨਾਨਕ ਸਿੰਘ ਦੀ ਸਵੈ ਜੀਵਨੀ, ਨਾਮ ਹੈ ਮੇਰੀ ਦੁਨੀਆ। ਪਹਿਲਾ ਪ੍ਰਕਾਸ਼ਨ ਕਦੋਂ ਹੋਇਆ? 1949 ਦੇ ਵਿੱਚ ਪਹਿਲੀ ਸਵੈ ਜੀਵਨੀ ਦਾ ਮਾਣ ਹਾਸਲ ਹੈ। ਆਪਣੇ ਜੀਵਨ ਦੀ ਨਿੱਜੀ ਅਨੁਭਵ ਦੇ ਨਾਲ ਨਾਲ 1947 ਦੇ ਦਰਦਨਾਕ ਹਾਲਾਤਾਂ ਨੂੰ ਵੀ ਬਿਆਨ ਕੀਤਾ ਹੈ। ਦੇਖੋ ਜੀ, ਬਹੁਤ ਇੰਪੋਰਟੈਂਟ ਗੱਲਾਂ ਸੀ ਨਾਨਕ ਸਿੰਘ ਦੇ ਵਿੱਚ। 1949 ਤੁਸੀਂ ਧਿਆਨ ਰੱਖਣਾ ਸਨ ਵੀ। ਇੱਕ ਹੋਰ ਹੈ ਪੰਜਾਬੀ ਸਵੈ ਜੀਵਨੀ ਸਾਹਿਤ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ। ਹਾਂਜੀ, ਆਰਸੀ ਸ਼ੈਲੀਕਾਰ, ਪੰਜਾਬੀ ਦਾ ਸ਼ੈਲੀਗਤ ਨਿਬੰਧਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪ੍ਰਿੰਸੀਪਲ ਤੇਜਾ ਸਿੰਘ ਨੂੰ, ਇਹਦੀ ਸਵੈ ਜੀਵਨੀ ਆਰਸੀ। ਆਰਸੀ ਦਾ ਮਤਲਬ ਸ਼ੀਸ਼ਾ ਹੀ ਹੁੰਦਾ ਹੈ ਨਾ, ਸ਼ੀਸ਼ਾ, ਆਰਸੀ। ਸਫਲ ਸਵੈ ਜੀਵਨੀ ਹੈ ਜਿਸ ਦਾ ਪ੍ਰਕਾਸ਼ਨ ਵਰਾ ਤੁਸੀਂ ਚੇਤੇ ਰੱਖਣਾ 1958। ਨਾਮ ਸਵੈ ਜੀਵਨੀ ਦਾ ਚੇਤੇ ਰਹਿ ਹੀ ਜਾਊਗਾ, ਇਹ ਤਾਂ ਪ੍ਰਸ਼ਨ ਬਹੁਤ ਕਾਮਨ ਹੈ। ਨਾਨਕ ਸਿੰਘ ਦੀ ਸਵੈ ਜੀਵਨੀ ਜੀ ਮੇਰੀ ਦੁਨੀਆ, ਪਰ ਪ੍ਰਕਾਸ਼ਨ ਸਾਲ 1949, ਉਹ ਚੇਤੇ ਰੱਖਣਾ ਤੁਸੀਂ। ਉਵੇਂ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਦਾ ਪ੍ਰਕਾਸ਼ਨ ਵਰਾ 1958। 14 ਕਾਂਡਾਂ ਵਿੱਚ ਸਵੈ ਜੀਵਨੀਕਾਰ ਨੇ ਇਤਿਹਾਸ ਕ੍ਰਮ ਦੇ ਅਨੁਸਾਰ ਆਪਣਾ ਜੀਵਨ ਬ੍ਰਿਤਾਂਤ ਪੇਸ਼ ਕੀਤਾ ਹੈ। ਇਤਿਹਾਸਕ ਕ੍ਰਮ ਦੇ ਅਨੁਸਾਰ, ਇਤਿਹਾਸ ਕ੍ਰਮ ਸ਼ਬਦ ਚੇਤੇ ਰੱਖਣਾ। ਸਮੇਂ ਦੇ ਆਰਥਿਕ
ਰਾਜਨੀਤਿਕ ਸਮਾਜਿਕ ਸੱਭਿਆਚਾਰਕ ਹਾਲਾਤਾਂ ਦਾ ਵੀ ਵਰਣਨ ਕੀਤਾ ਹੈ। ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਆਪਣੀ ਸਵੈ ਜੀਵਨੀ ਨੂੰ 3 ਭਾਗਾਂ ਦੇ ਵਿੱਚ ਵੰਡਿਆ ਉਸਨੇ। ਮੇਰੀ ਜੀਵਨ ਕਹਾਣੀ 1959, ਮੰਜ਼ਲ ਦਿਸ ਪਈ 1964 ਤੇ ਫਿਰ ਮੇਰੀ ਜੀਵਨ ਕਹਾਣੀ 1978। ਇਹਦੇ ਵਿੱਚ ਵੀ ਲੇਖਕ ਨੇ ਆਪਣੇ ਜੀਵਨ ਨੂੰ ਇਤਿਹਾਸਕ ਕ੍ਰਮ ਦੇ ਵਿੱਚ ਪੇਸ਼ ਕੀਤਾ ਹੈ। ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਨੇ ਕੀਤਾ ਉਵੇਂ ਹੀ ਗੁਰਬਖਸ਼ ਸਿੰਘ ਪ੍ਰੀਤਲੜੀ ਨੇ ਕੀਤਾ ਹੈ। ਜੀਵਨ ਵਿੱਚ ਉਸ ਦਾ ਪਿਆਰ, ਫਲਸਫਾ, ਬਿਲਕੁਲ ਪੂਰਬ ਪੱਛਮ ਦੀਆਂ ਯਾਤਰਾਵਾਂ ਦੇ ਬਿਰਤਾਂਤ ਵੀ, ਨਵੇਂ ਲੋਕਾਂ ਨਾਲ ਸੰਚਾਰ ਸਥਾਪਿਤ ਦੇ ਪ੍ਰਸੰਗ ਵੀ ਦੇਖੇ ਜਾ ਸਕਦੇ ਹਨ। ਕਾਵਮਈ ਸ਼ੈਲੀ ਹੈ ਉਸ ਦੀ। ਸ਼ੈਲੀ ਕਿਹੜੀ ਹੈ? ਕਾਵਮਈ ਸ਼ੈਲੀ ਹੈ, ਧਿਆਨ ਰੱਖਣਾ ਹੈ ਤੁਸੀਂ। ਨਰਾਇਣ ਸਿੰਘ ਦੀ ਕੁਝ ਹੱਡ ਬੀਤੀ ਕੁਝ ਜੱਗ ਬੀਤੀ 1966 ਦੇ ਵਿੱਚ ਸਵੈ ਜੀਵਨੀ ਪ੍ਰਕਾਸ਼ਿਤ ਹੋਈ ਹੈ। ਠੀਕ ਹੈ ਜੀ। ਹਾਂ, ਅੱਗੇ ਕੀ ਹੈ? ਬਾਬਾ ਸੋਹਣ ਸਿੰਘ ਭਕਨਾ ਗਦਰੀ ਬਾਬਿਆਂ ਦੇ ਵਿੱਚ ਨਾਮ ਆਉਂਦਾ ਹੈ, ਜਿਹੜੇ ਗਦਰ ਪਾਰਟੀ ਦੇ ਨਾਲ ਸੰਬੰਧਿਤ ਸੀ। ਨਾਮ ਤੁਸੀਂ ਸੁਣਿਆ ਹੋਣਾ, ਪੜ੍ਹਿਆ ਹੋਣਾ ਇਤਿਹਾਸ ਦੇ ਵਿੱਚ। ਸੋਹਣ ਸਿੰਘ ਭਕਨਾ, ਉਹਦੀ ਸਵੈ ਜੀਵਨੀ ਜੀਵਨ ਸੰਗਰਾਮ 1967 ਦੇ ਵਿੱਚ ਇਹ ਪ੍ਰਕਾਸ਼ਿਤ ਹੋਈ ਸੀ। ਧਿਆਨ ਰੱਖਣਾ, 25 ਕਾਂਡਾਂ ਦੇ ਵਿੱਚ 70 ਸਾਲ ਦੇ ਇਨਕਲਾਬੀ ਪੜਾਵ ਦੀ ਪੇਸ਼ਕਾਰੀ ਕੀਤੀ ਹੈ। ਭਾਰਤੀ ਅਮਰੀਕੀ ਜੀਵਨ ਸ਼ੈਲੀ ਦੇ ਵਿੱਚ ਦੁਰਦਸ਼ਾ ਨੂੰ ਵੀ ਉਲੀਕਿਆ। ਭਾਰਤ ਦੀ ਤੇ ਅਮਰੀਕਾ ਦੀ ਜੀਵਨ ਦੁਰਦਸ਼ਾ ਨੂੰ ਦੋਨਾਂ ਦਾ ਕੰਪੈਰੀਜ਼ਨ ਵੀ ਕੀਤਾ, ਕਿਉਂਕਿ ਅਮਰੀਕਾ ਦੇ ਵਿੱਚ ਇਹ ਰਹਿੰਦਾ ਰਿਹਾ। ਆਜ਼ਾਦੀ ਵੰਡ ਦਾ ਬਿਰਤਾਂਤ ਵੀ ਸਿਰਜਿਆ। ਠੀਕ ਹੈ। ਅੱਗੇ ਮੇਰਾ ਆਪਣਾ ਆਪ ਪ੍ਰਸਿੱਧ ਕ੍ਰਾਂਤੀਕਾਰੀ ਦੇਸ਼ ਭਗਤ ਅਰਜਨ ਸਿੰਘ ਗੜਗੱਜ ਦੀ ਰਚਨਾ ਹੈ। ਮੇਰਾ ਆਪਣਾ ਆਪ ਹੈ ਜਿਹੜੀ, ਇਹ ਅਰਜਨ ਸਿੰਘ ਗੜਗੱਜ ਨੇ ਲਿਖੀ ਹੋਈ ਹੈ। ਇਹ ਸਵੈ ਜੀਵਨੀ ਮੌਤ ਦੇ ਉਪਰੰਤ ਛਪੀ ਸੀਗੀ। ਪ੍ਰਿੰਸੀਪਲ ਨਿਰੰਜਨ ਸਿੰਘ ਦੀ ਸਵੈ ਜੀਵਨੀ ਕਿਹੜੀ ਹੈ ਜੀ? ਉਹ ਹੈਗੀ ਹੈ ਜੀ ਜੀਵਨ ਵਿਕਾਸ 1970 ਦੇ ਵਿੱਚ ਛਪੀ। ਬਲਰਾਜ ਸਾਹਨੀ ਪ੍ਰਸਿੱਧ ਸਫ਼ਰਨਾਮਾ ਸਾਹਿਤਕਾਰ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਮੇਰਾ ਰੂਸੀ ਸਫ਼ਰਨਾਮਾ ਇਹਨੇ ਲਿਖਿਆ। ਇਹਨੇ ਸਵੈ ਜੀਵਨੀ ਲਿਖੀ ਹੈ। ਮੇਰੀ ਫਿਲਮੀ ਆਤਮ ਕਥਾ, ਕਿਉਂਕਿ ਇਹ ਐਕਟਰ ਸੀ, ਪ੍ਰਸਿੱਧ ਫਿਲਮਕਾਰ ਸੀ, ਉਹਨੇ ਲਿਖੀ ਹੈ। 1974 ਦੇ ਵਿੱਚ ਸਵੈ ਜੀਵਨੀ ਪ੍ਰਕਾਸ਼ਿਤ ਹੋਈ ਹੈ। ਪਹਿਲੇ ਭਾਗ ਦੇ ਵਿੱਚ ਬ੍ਰਿਟਿਸ਼ ਸਾਮਰਾਜ ਦੇ ਬਾਰੇ, ਦੂਜੇ ਭਾਗ ਵਿੱਚ ਆਜ਼ਾਦੀ ਦੀ ਗੱਲ ਕੀਤੀ ਹੈ ਇਸਨੇ। ਫਿਲਮੀ ਜਗਤ ਨੂੰ ਆਧਾਰ ਸਰੋਤ ਬਣਾ ਕੇ ਲਿਖੀ ਹੋਈ ਸਵੈ ਜੀਵਨੀ ਹੈ, ਕਿਉਂਕਿ ਫਿਲਮਾਂ ਦੇ ਵਿੱਚ ਕੰਮ ਕੀਤਾ, ਇਸ ਕਰਕੇ ਆਪਣੇ ਫਿਲਮੀ ਜਗਤ ਨੂੰ ਆਧਾਰ ਸਰੋਤ ਬਣਾਇਆ। ਲਿਖਤ ਵਿੱਚ ਲਈ ਵਰਣਨਾਤਮਕ ਸ਼ੈਲੀ ਹੈ, ਵਰਣਨ ਕੀਤਾ ਘਟਨਾ ਦਾ, ਵਰਣਨ ਹੈ, ਯਥਾਰਥਕ ਰੂਪ ਵਿੱਚ ਪੇਸ਼ ਕੀਤਾ। ਪ੍ਰਸਿੱਧ ਦੌੜਾਕ ਮਿਲਖਾ ਸਿੰਘ ਦੀ ਸਵੈ ਜੀਵਨੀ ਸੀਗੀ ਫਲਾਇੰਗ ਸਿੱਖ 1975 ਦੇ ਵਿੱਚ ਲਿਖੀ ਗਈ ਸੀਗੀ, ਇਹ ਵੀ ਤੁਹਾਨੂੰ ਪਤਾ ਹੀ ਹੈ। ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਨਾਮ ਹੈ ਰਸੀਦੀ ਟਿਕਟ 1976 ਦੇ ਵਿੱਚ। ਠੀਕ ਹੈ ਜੀ। ਗੁਰਮਤਿ ਸਾਹਿਤ ਦਾ ਪ੍ਰਸਿੱਧ ਵਿਦਵਾਨ ਪ੍ਰੋਫੈਸਰ ਸਾਹਿਬ ਸਿੰਘ, ਆਪਾਂ ਇਹਨੂੰ ਨਿਬੰਧਕਾਰਾਂ ਦੇ ਵਿੱਚ ਪੜ੍ਹਿਆ ਸੀ, ਹੈ ਨਾ, ਉਹ ਹੀ ਹੈ ਇਹ। ਉਸਨੇ ਲਿਖਿਆ ਮੇਰੀ ਜੀਵਨ ਕਹਾਣੀ 1977 ਦੇ ਵਿੱਚ, ਜਿਹਦਾ ਸੰਪਾਦਨ ਪ੍ਰੋਫੈਸਰ ਪ੍ਰੀਤਮ ਸਿੰਘ ਨੇ ਕੀਤਾ ਸੀ। ਬਹੁਤ ਇੰਪੋਰਟੈਂਟ ਹੈ, ਪ੍ਰਸ਼ਨ ਆ ਸਕਦਾ ਹੈ। ਅਗਰ ਮੈਂ ਐਗਜ਼ਾਮੀਨਰ ਹੁੰਦਾ ਤਾਂ ਪ੍ਰਸ਼ਨ ਜ਼ਰੂਰ ਪਾਉਂਦਾ ਕਿ ਮੇਰੀ ਜੀਵਨ ਕਹਾਣੀ ਪ੍ਰੋਫੈਸਰ ਸਾਹਿਬ ਸਿੰਘ ਦੀ ਸਵੈ ਜੀਵਨੀ, ਮੇਰੀ ਜੀਵਨ ਕਹਾਣੀ ਦਾ ਸੰਪਾਦਨ ਕਿਸ ਨੇ ਕੀਤਾ? ਤਾਂ ਉਹਦਾ ਉੱਤਰ ਕੌਣ ਆਊਗਾ? ਪ੍ਰੋਫੈਸਰ ਪ੍ਰੀਤਮ ਸਿੰਘ। ਆਪਣੇ ਸਮੇਂ ਦੇ ਨਿੱਜੀ ਜੀਵਨ ਤੇ ਆਪਣੇ ਸਮੇਂ ਦੇ ਇਤਿਹਾਸਿਕ ਪ੍ਰਫੇਕ ਨੂੰ ਤਵੱਜੋ, ਵਾਰਤਕ ਸ਼ੈਲੀ ਢੁਕਣੀ, ਇਹ ਤਾਂ ਨੋਰਮਲ ਹੈ, ਛੱਡੋ ਇਸ ਨੂੰ। ਹਾਂਜੀ। ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਪ੍ਰਸਿੱਧ ਲੋਕ ਧਾਰਾ ਸ਼ਾਸਤਰੀ, ਇਹਦੀ ਸਵੈ ਜੀਵਨੀ 4 ਸਵੈ ਜੀਵਨੀਆਂ ਇਹਨੇ ਲਿਖੀਆਂ ਆਪਣੀਆਂ। ਇੱਕ ਤਾਂ ਅੱਧੀ ਮਿੱਟੀ ਅੱਧਾ ਸੋਨਾ, ਇਹ ਵੀ ਤੁਸੀਂ ਚੇਤੇ ਰੱਖਣਾ। ਮੇਰੇ ਰਾਹਾਂ ਦੇ ਰੰਗ 1982, ਮੇਰਾ ਨਾਨਕਾ ਪਿੰਡ 1984 ਤੇ ਗਲੀਏ ਚਿੱਕੜ ਦੂਰ ਕਰ 1985। ਠੀਕ ਹੈ ਜੀ। ਇਹ ਆਪਾਂ ਉੱਥੇ ਵੀ ਪੜ੍ਹਾਂਗੇ, ਉਹਦੇ ਸਿਲੇਬਸ ਦੇ ਵਿੱਚ ਵੀ ਦਿੱਤਾ ਮੈਨੂੰ ਲੱਗਦਾ ਹੈ। ਹਾਂ, ਹੁਣ ਇਹਦਾ ਤੁਸੀਂ ਧਿਆਨ ਰੱਖਣਾ। ਆਹ ਜਿਹੜਾ ਗਲੀਏ ਚੱਕੜ ਦੂਰ ਕਰ, ਤੁਹਾਡੇ ਵਿੱਚੋਂ ਬਹੁਤ ਸਾਰੇ ਆ ਜਿਨ੍ਹਾਂ ਨੇ ਬਾਬੇ ਫਰੀਦ ਦੇ ਸਲੋਕ ਪੜ੍ਹੇ ਹੋਣਗੇ, ਹੈ ਨਾ, ਜਾਂ ਬਾਬੇ ਫਰੀਦ ਦਾ ਆਪਾਂ ਪੜ੍ਹਿਆ ਵੀ ਹੈ, ਹੈ ਨਾ। ਉਹਦਾ ਬਾਬੇ ਫਰੀਦ ਦੇ ਸਲੋਕ ਦੇ ਵਿੱਚੋਂ ਸ਼ਬਦ ਇਹ ਲਿਆ ਗਿਆ, ਇੱਕ ਪੰਕਤੀ ਲਈ ਗਈ ਹੈ। ਫਰੀਦਾ ਗਲੀਏ ਚੱਕੜ ਦੂਰ ਕਰ ਨਾਲ ਪਿਆਰੇ ਨੇਹੋ, ਚੱਲਾਂ ਤਾਂ ਭਿੱਜਿਆ ਕੰਬਲੀ, ਰਾਹ ਤਾਂ ਟੁੱਟੈ ਨੇਹੋ, ਹੈ ਨਾ। ਯਾਦ ਆ ਗਿਆ ਹੋਣਾ ਤੁਹਾਨੂੰ। ਸਵੈ ਜੀਵਨੀ ਕਰਤਾ ਨੇ ਸੱਭਿਆਚਾਰਕ ਤੇ ਲੋਕ ਧਾਰਕ ਦ੍ਰਿਸ਼ਟੀਕੋਣ ਅਪਣਾਇਆ। ਦੇਖੋ, ਜੇ ਬਲਰਾਜ ਸਾਹਨੀ ਐਕਟਰ ਹੈ ਤਾਂ ਆਪਣੀ ਫਿਲਮੀ ਜਗਤ ਨੂੰ ਪੇਸ਼ ਕਰੂਗਾ, ਤੇ ਜਿਹੜਾ ਹੈਗਾ ਜਿਵੇਂ ਵਣਜਾਰਾ ਬੇਦੀ ਆ, ਉਹ ਲੋਕ ਧਾਰਾ ਸ਼ਾਸਤਰੀ ਆ, ਤਾਂ ਫਿਰ ਉਹ ਸੱਭਿਆਚਾਰ ਤੇ ਲੋਕ ਧਾਰਕ ਜੀਵਨ ਦ੍ਰਿਸ਼ਟੀ ਨੂੰ ਅਪਣਾਊਗਾ, ਹੈ ਨਾ। ਸਮਝ ਗਏ ਨਾ, ਕਾਮਨ ਚੀਜ਼ ਹੈ, ਧਿਆਨ ਰੱਖਣੀ ਹੈ ਤੁਸੀਂ। ਰਚਨਾਵਾਂ ਵਿੱਚ ਜੀਵਨ ਘਟਨਾਵਾਂ ਜ਼ਿਆਦਾ ਹਨ, ਪਰ ਲੋਕ ਧਾਰਾਈ ਪੱਖਾਂ ਬਹੁਤ ਜ਼ਿਆਦਾ ਵਿੱਚ ਹੈ। ਅਲੰਕਰਿਤ ਭਾਸ਼ਾ ਸ਼ੈਲੀ ਦੇ ਵਿੱਚ ਸਿਰਜੀਆਂ ਰਚਨਾਵਾਂ ਵਿੱਚ ਪੋਠੋਹਾਰੀ ਅੰਚਲਿਕਤਾ ਦੇ ਦ੍ਰਿਸ਼ ਚਿੱਤਰਣ ਹਵਾਲੇ ਵੀ ਦੇਖੇ ਜਾ ਸਕਦੇ ਹਨ। ਪੋਠੋਹਾਰੀ ਅੰਚਲਿਕਤਾ
ਧਿਆਨ ਰੱਖਣਾ ਤੁਸੀਂ ਸੁਹਿੰਦਰ ਸਿੰਘ ਵਣਜਾਰਾ ਬੇਦੀ ਦੇ ਜਿਹੜੀਆਂ ਸਵੈ ਜੀਵਨੀਆਂ ਉਹਦੇ ਵਿੱਚ ਪੋਠੋਹਾਰੀ ਅੰਚ ਲਿਖਤਾਂ ਦੇ ਅੰਸ਼ ਹਨ। ਚੇਤੇ ਰੱਖਣਾ ਪ੍ਰਸ਼ਨ ਇਹ ਤੁਸੀਂ ਯਾਦ ਰੱਖਣਾ ਬੇਟਾ ਜੀ, ਜ਼ਰੂਰ ਆਊਗਾ। ਜੇ ਆਊਗਾ ਤਾਂ ਜ਼ਰੂਰ ਆਊਗਾ, ਸ਼ਿਓਰ ਆਊਗਾ। ਇਹਦੇ ਵਿੱਚੋਂ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਤੇ ਪੀਲੇ ਪੱਤਿਆਂ ਦੀ ਦਾਸਤਾਨ, ਇਹ ਤੁਸੀਂ ਚੇਤੇ ਰੱਖਣੇ ਆ। ਨੰਗੇ ਪੈਰਾਂ ਦਾ ਸਫ਼ਰ ਤੇ ਪੀਲੇ ਪੱਤਿਆਂ ਦੀ ਦਾਸਤਾਨ ਇਹ ਸਵੈ ਜੀਵਨੀਆਂ। ਬਚਪਨ ਪਰਿਵਾਰਕ ਤੇ ਹੋਰ ਸਾਹਿਤਕ ਸੱਭਿਆਚਾਰਕ ਜਾਣਕਾਰੀ ਪੁੱਛਤੇ ਹੋ ਤੋ ਸੁਣੋ, ਉਸ ਦੀ ਇੱਕ ਸਾਹਿਤਕ ਸਵੈ ਜੀਵਨੀ ਹੈ। ਧਿਆਨ ਰੱਖਣਾ ਹੈ, ਪੁੱਛਤੇ ਹੋ ਤੋ ਸੁਣੋ ਸਾਹਿਤਕ ਸਵੈ ਜੀਵਨੀ ਹੈ। ਕਿਤੇ ਕਿਤੇ ਮਲਵਈ ਰੰਗ ਦਾ ਭਾਵ ਹੀ ਮਾਰਦੀ ਹੈ ਇਸ ਦੀ ਸਵੈ ਜੀਵਨੀ ਦੇ ਵਿੱਚ। ਮਾਲਵੇ ਦੇ ਸੱਭਿਆਚਾਰ ਦਾ ਜ਼ਿਆਦਾ ਜ਼ਿਕਰ ਜਾਂ ਮਾਲਵੇ ਦੀ ਭਾਸ਼ਾ ਦਾ ਕਹਿ ਲਓ, ਹੈ ਨਾ। ਸੋ ਇਹ ਵੀ ਤੁਸੀਂ ਧਿਆਨ ਰੱਖਣਾ। ਨਾਵਲੀ ਸ਼ੈਲੀ ਦੇ ਵਿੱਚ ਲਿਖਦੀ ਹੈ ਇਹ ਨਾਵਲ, ਕਿਉਂਕਿ ਦਲੀਪ ਕੌਰ ਟਿਵਾਣਾ ਪ੍ਰਸਿੱਧ ਨਾਵਲਕਾਰ ਹੈ, ਇਹ ਨਾਵਲਿਸਟ ਹੈ ਨਾ। ਦਲੀਪ ਕੌਰ ਟਿਵਾਣਾ ਯਾਦ ਆ ਗਿਆ ਹੋਣਾ ਤੁਹਾਨੂੰ। ਦਲੀਪ ਕੌਰ ਟਿਵਾਣਾ ਆਪਾਂ ਪੜ੍ਹਿਆ ਸੀਗਾ, ਪੜ੍ਹਿਆ ਇਸ ਦੇ ਬਾਰੇ, ਹੈ ਨਾ, ਪੜ੍ਹਿਆ ਸੀ ਇਹਦਾ ਚੈਪਟਰ। ਉਹ ਨਾਵਲੀ ਸ਼ੈਲੀ ਦੇ ਵਿੱਚ ਲਿਖਦੀ ਹੈ ਕਿਉਂਕਿ ਨਾਵਲਕਾਰ ਹੈ ਇਹ, ਇਸ ਕਰਕੇ ਨਾਵਲੀ ਸ਼ੈਲੀ। ਬਲਵੰਤ ਗਾਰਗੀ ਦੀ ਸਵੈ ਜੀਵਨੀ ਨੰਗੀ ਧੁੱਪ ਯਥਾਰਥਕ ਸ਼ੈਲੀ ਦੇ ਵਿੱਚ ਲਿਖੀ ਗਈ ਹੈ। ਨਿੱਜੀ ਜੀਵਨ ਦੇ ਮਸਲੇ ਸਰੋਕਾਰ ਪੇਸ਼ ਕੀਤੇ ਉਸਨੇ ਬੜੇ ਸਾਹਸ ਦਲੇਰੀ ਨਾਲ। ਮਹਿੰਦਰ ਸਿੰਘ ਜੋਸ਼ੀ ਦੀ ਆਤਮ ਕਥਾ ਮੇਰੇ ਪੱਤੇ ਮੇਰੀ ਖੇਡ, ਜ਼ਿੰਦਗੀ ਨੂੰ ਤਾਸ਼ ਦੇ ਪੱਤੇ ਦੀ ਖੇਡ ਨਾਲ ਤੁਲਨਾਇਆ ਗਿਆ ਇਸ ਦੇ ਵਿੱਚ। ਅਜੀਤ ਕੌਰ ਦੀ ਸਵੈ ਜੀਵਨੀ, ਅਜੀਤ ਕੌਰ ਦੇ ਬਾਰੇ ਤਾਂ ਆਪਾਂ ਗੱਲ ਹੀ ਕਰਾਂਗੇ। ਖਾਨਾ ਬਦੋਸ਼, ਖਾਨਾ ਬਦੋਸ਼ ਦਾ ਸ਼ਾਬਦਿਕ ਅਰਥ ਜੇ ਕੁਦਰਤੀ ਪੁੱਛ ਲਏ, ਹੈ ਨਾ, ਘੁਮੰਤੂ ਜਿਹੜੇ ਹੁੰਦੇ ਆ, ਘੁਮੱਕੜ, ਘੁਮੰਤੂ ਕਹਿੰਦੇ ਆ ਜ਼ਿਆਦਾਤਰ, ਘੁੰਮਣ ਫਿਰਨ ਵਾਲੇ ਜਿਨ੍ਹਾਂ ਦਾ ਕੋਈ ਇੱਕ ਜਗ੍ਹਾ 'ਤੇ ਟਿਕਾਣਾ ਨਾ ਹੋਵੇ, ਉਹਨੂੰ ਕਿਹਾ ਜਾਂਦਾ ਖਾਨਾ ਬਦੋਸ਼, ਹੈ ਨਾ। ਜਿਵੇਂ ਸਾਡੇ ਗੱਡੀਆਂ ਵਾਲੇ ਆਉਂਦੇ ਆ ਨਾ ਆਪਣੇ ਪਿੰਡਾਂ ਦੇ ਵਿੱਚ, ਲੋਹਾਰ ਲੋਕ, ਉਹ ਘੁਮੰਤੂ ਪ੍ਰਜਾਤੀ ਕਹਿ ਲਓ ਤੁਸੀਂ, ਖਾਨਾ ਬਦੋਸ਼ ਉਸ ਨੂੰ ਕਿਹਾ ਜਾਂਦਾ, ਖਾਨਾ ਬਦੋਸ਼। ਬੜੀ ਵਿਭਾਗ ਸ਼ੈਲੀ ਵਿੱਚ ਹੈ। ਨਾਰੀ ਸੰਕਟ ਨਾਲ ਜੁੜੇ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕੀਤਾ ਹੈ। ਇਹਦਾ ਤਾਂ ਆਪਾਂ ਪੜ੍ਹਨਾ ਹੀ ਹੈ। ਅਜੀਤ ਕੌਰ ਤਾਂ ਆਪਣੇ ਸਿਲੇਬਸ ਦੇ ਵਿੱਚ ਹੀ ਦੇ ਰੱਖੀ ਹੈ, ਖਾਨਾ ਬਦੋਸ਼ ਸਵੈ ਜੀਵਨੀ ਬਾਰੇ ਪੜ੍ਹਨਾ। ਕੂੜਾ ਕਬਾੜਾ ਉਸ ਦੀ ਇੱਕ ਹੋਰ ਸਵੈ ਜੀਵਨੀ ਹੈ, ਠੀਕ ਹੈ, ਕੋਈ ਦਿੱਕਤ ਨਹੀਂ। ਵਿਅੰਗਾਤਮਕ ਲਹਿਜੇ ਦੇ ਵਿੱਚ ਲਿਖਦੀ ਹੈ ਇਹ। ਖਾਨਾ ਬਦੋਸ਼ ਸਵੈ ਜੀਵਨੀ ਦੇ ਵਿੱਚ ਵਿਅੰਗਾਤਮਕ ਢੰਗ ਦੀ ਵਰਤੋਂ ਕੀਤੀ ਹੈ। ਗਿਆਨੀ ਗੁਰਬਚਨ ਸਿੰਘ ਦੀ ਮੇਰੀ ਜੀਵਨ ਕਹਾਣੀ, ਪ੍ਰੋਫੈਸਰ ਸਾਹਿਬ ਸਿੰਘ ਦੀ ਵੀ ਮੇਰੀ ਜੀਵਨ ਕਹਾਣੀ ਹੈ ਜਿਹੜੀ ਸਵੈ ਜੀਵਨੀ ਹੈ। ਮਹਿੰਦਰ ਸਿੰਘ ਰੰਧਾਵਾ ਦੀ ਸਵੈ ਜੀਵਨੀ ਆਪ ਬੀਤੀ 1983 ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਹੈ। ਮੁੱਢਲੇ ਜੀਵਨ ਦੇ ਵੇਰਵੇ ਦਿੰਦਿਆਂ ਸਮਕਾਲੀਨ ਸਥਿਤੀਆਂ ਪ੍ਰਸਥਿਤੀਆਂ ਸੰਬੰਧੀ ਜਾਣਕਾਰੀ ਦਿੱਤੀ ਹੈ, ਇਹਦੇ ਬਾਰੇ ਵੀ ਆਪਾਂ ਜ਼ਿਕਰ ਕਰਾਂਗੇ। ਲੇਖਕ ਨੇ ਲੋਕਧਾਰਾ ਤੇ ਸੱਭਿਆਚਾਰ ਬਾਰੇ ਵੀ ਭਰਪੂਰ ਵਿਵਰਣ ਪੇਸ਼ ਕੀਤਾ, ਕਿਉਂਕਿ ਮਹਿੰਦਰ ਸਿੰਘ ਰੰਧਾਵਾ ਜਿਹੜਾ ਉਹ ਲੋਕਧਾਰਾ ਸ਼ਾਸਤਰੀ ਵੀ ਤਾਂ ਹੈ, ਲੋਕਧਾਰਾ ਦੇ ਨਾਲ ਸੰਬੰਧਿਤ ਵੀ ਹੈ ਨਾ। ਸੱਭਿਆਚਾਰ ਬਾਰੇ ਕਾਂਗੜੇ ਦੀ ਚਿੱਤਰਕਲਾ, ਲੋਕ ਕਲਾ ਤੇ ਲੋਕ ਗੀਤਾਂ ਦੇ ਹਵਾਲੇ ਇਸ ਮੇਰੀ ਆਪ ਬੀਤੀ ਜਿਹੜੀ ਸਵੈ ਜੀਵਨੀ ਹੈ ਇਹਦੇ ਵਿੱਚ ਇਹਦਾ ਜ਼ਿਕਰ ਕੀਤਾ ਗਿਆ ਹੈ। ਪ੍ਰਸਿੱਧ ਨਾਵਲਕਾਰ ਸੋਹਣ ਸਿੰਘ ਸੀਤਲ ਜਿਹੜਾ ਹੋਇਆ ਹੈ ਨਾ, ਉਹਦੀ ਤੂਤਾਂ ਵਾਲਾ ਖੂਹ ਜੀ ਦਾ ਪ੍ਰਸਿੱਧ ਨਾਵਲ ਸਿੱਖ ਰਾਜ ਕਿਵੇਂ ਗਿਆ, ਇਹ ਪ੍ਰਸਿੱਧ ਨਾਵਲ ਲਿਖਿਆ ਸੋਹਣ ਸਿੰਘ ਸੀਤਲ ਨੇ। ਵੇਖੀ ਮਾਣੀ ਦੁਨੀਆ, ਇਹ ਇਸ ਨੇ ਇੱਕ ਸਵੈ ਜੀਵਨੀ ਲਿਖੀ ਹੈ, 1983 ਦੇ ਵਿੱਚ ਛਪੀ ਸੀ। ਕਰਤਾਰ ਸਿੰਘ ਦੁੱਗਲ ਪ੍ਰਸਿੱਧ ਕਹਾਣੀਕਾਰ, ਕੁੜੀਆਂ ਦਾ ਕਹਾਣੀਕਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਸ ਦੀ ਹੈਗੀ ਹੈ ਕਿਸ ਪੈ ਖੋਲੋ ਗੰਠੜੀ, 1995 ਦੇ ਵਿੱਚ ਲਿਖੀ ਗਈ ਹੈ। ਹਾਂ, ਇਹ ਰਚਨਾ ਜਗਬਾਣੀ ਅਖਬਾਰ ਪੰਜਾਬ ਦੇ ਵਿੱਚ ਜਿਹੜਾ ਚੱਲਦਾ ਉਹਦੇ ਵਿੱਚ ਵੀ ਛਪਦੀ ਰਹੀ ਹੈ, ਵੀ ਤੁਸੀਂ ਚੇਤੇ ਰੱਖਣੀ ਹੈ। ਪ੍ਰੋਫੈਸਰ ਦੀਵਾਨ ਸਿੰਘ ਦੀ ਮੇਰਾ ਜੀਵਨ ਪੰਧ, ਰਾਮ ਸਰੂਪ ਅਣਖੀ ਦੀ ਮੱਲੇ ਝਾੜੀਆਂ, ਰਾਮ ਸਰੂਪ ਅਣਖੀ ਦੀ ਸਵੈ ਜੀਵਨੀ ਹੈ, ਇਹ ਤੁਸੀਂ ਚੇਤੇ ਰੱਖਣੀ ਹੈ। ਰਾਮ ਸਰੂਪ ਅਣਖੀ ਪ੍ਰਸਿੱਧ ਨਾਵਲਿਸਟ ਹੈ ਨਾ, ਕੋਠੇ ਖੜਕ ਸਿੰਘ ਜਿਹਦਾ ਨਾਵਲ ਹੈ ਰਾਮ ਸਰੂਪ ਅਣਖੀ। ਹਾਂ, ਮੱਲੇ ਝਾੜੀਆਂ 1989 1979 ਦੇ ਵਿੱਚ ਇਹ 31 ਖੰਡਾਂ ਦੇ ਵਿੱਚ ਰਚੀ ਗਈ ਹੈ। ਹਾਂ, 1989 ਦੇ ਵਿੱਚ ਦੋਸਤਾਂ ਮਿੱਤਰਾਂ ਦੇ ਨਾਲ ਸਾਹਿਤਕ ਤੇ ਚੇਟਕ ਰੱਖਣ ਵਾਲੇ ਸਾਹਿਤਕਾਰਾਂ ਦਾ ਵਰਣਨ ਵੀ ਕੀਤਾ ਇਸ ਨੇ, ਧਿਆਨ ਰੱਖਣਾ। ਦੂਸਰੇ ਸਾਹਿਤਕਾਰਾਂ ਦਾ ਵੀ ਵਰਣਨ ਹੈ ਇਹਦੇ ਵਿੱਚ। ਲੇਖਕ ਨੇ ਆਪਣੀ ਸਿਰਜਣ ਪ੍ਰਕਿਰਿਆ ਬਾਰੇ ਵੀ ਦੱਸਿਆ। ਪੈਂਡਾ ਉਸ ਦੀ ਇੱਕ ਹੋਰ ਆਤਮ ਕਥਾ ਹੈ, ਇੱਕ ਹੈਗੀ ਆ ਮੱਲੇ ਝਾੜੀਆਂ ਤੇ ਇੱਕ ਹੈਗੀ ਆ ਪੈਂਡਾ ਰਾਮ ਸਰੂਪ ਅਣਖੀ ਦੀਆਂ। ਲਓ ਬੇਟਾ ਜੀ, ਹੋਰ ਗੱਲ ਕਰਦੇ ਹਾਂ। ਸੰਤ ਸਿੰਘ ਸੇਖੋਂ, ਪਤਾ ਹੀ ਹੈ, ਪੜ੍ਹਿਆ ਆਪਾਂ ਇਸ ਨੂੰ। ਉਮਰ ਦਾ ਪੰਧ, ਉਮਰ ਦਾ ਪੰਧ, ਸੰਤ ਸਿੰਘ ਸੇਖੋਂ ਦੀ ਸਵੈ ਜੀਵਨੀ ਉਮਰ ਦਾ ਪੰਧ ਚੇਤੇ ਰੱਖਣਾ। ਐਸ ਤਰਸੇਮ ਦੀ ਸਵੈ ਜੀਵਨੀ ਕੱਚੀ ਮਿੱਟੀ ਪੱਕਾ ਰੰਗ, ਇਹਦਾ ਨਾਮ ਵੀ ਚੇਤੇ ਰੱਖਣਾ। ਪ੍ਰਸਿੱਧ ਪਹਿਲਵਾਨ ਤੇ ਫਿਲਮੀ ਹਸਤੀ ਦਾਰਾ ਸਿੰਘ ਪਹਿਲਵਾਨ ਦੀ ਮੇਰੀ ਆਤਮ ਕਥਾ 1990 ਦੇ ਵਿੱਚ। ਜਸਵੰਤ ਸਿੰਘ ਰਾਹੀ ਦੀ ਮੈਂ ਕਿਵੇਂ ਜੀਵਿਆ, ਜਸਵੰਤ ਸਿੰਘ ਰਾਹੀ ਦੀ ਸਵੈ ਜੀਵਨੀ, ਇਹ ਵੀ ਚੇਤੇ ਰੱਖਣੀ ਹੈ ਤੁਸੀਂ। ਹੋਰ ਅੱਗੇ ਦੇਖਦੇ ਹਾਂ। ਡਾਕਟਰ ਹਰਭਜਨ ਸਿੰਘ, ਤੁਹਾਨੂੰ ਪਤਾ ਹੀ ਹੈ, ਪੰਜਾਬੀ ਦਾ ਪ੍ਰਸਿੱਧ ਕਵੀ ਡਾਕਟਰ ਹਰਭਜਨ ਸਿੰਘ
ਚੋਲਾ ਟਾਕੀਆਂ ਵਾਲਾ 1994 ਇਹ ਆਰਸੀ ਮਾਸਿਕ ਪੱਤਰ ਦੇ ਵਿੱਚ ਵੀ ਛਪਦੀ ਰਹੀ ਹੈ। ਇਹ ਤੁਸੀਂ ਚੇਤੇ ਰੱਖਣੀਆਂ ਗੱਲ ਜਿਹੜੀ ਚੇਤੇ ਰੱਖਣ ਵਾਲੀ ਹੈ। ਚੋਲਾ ਟਾਕੀਆਂ ਵਾਲਾ ਤਾਂ ਤੁਹਾਨੂੰ ਪਤਾ ਹੀ ਹੋਣਾ 1994 ਸਨ ਵੀ ਪਤਾ ਹੋਊਗਾ, ਪਰ ਇਹ ਨਹੀਂ ਪਤਾ ਹੋਊਗਾ ਵੀ ਆਰਸੀ ਮਾਸਿਕ ਪੱਤਰ ਦੇ ਵਿੱਚ ਛਪਦੀ ਰਹੀ ਹੈ ਸਵੈ ਜੀਵਨੀ। ਕੈਲਾਸ਼ਪੁਰੀ ਦੀ ਸਵੈ ਜੀਵਨੀ ਹੈਗੀ ਆ ਬਾਰ ਜਾਉ ਲਖ ਬੇਰੀਆਂ। ਸਰਦਾਰਾ ਸਿੰਘ ਜੌਹਲ ਦੀ ਸਵੈ ਜੀਵਨੀ ਹੈਗੀ ਆ ਰੰਗਾਂ ਦੀ ਗਾਗਰ। ਸੰਤੋਖ ਸਿੰਘ ਧੀਰ ਪ੍ਰਸਿੱਧ ਕਹਾਣੀਕਾਰ, ਉਹਦੀ ਸਵੈ ਜੀਵਨੀ ਬ੍ਰਹਿਸਪਤੀ ਪ੍ਰੀਤਲੜੀ ਮੈਗਜ਼ੀਨ ਦੇ ਵਿੱਚ ਕੁਝ ਹਿੱਸਾ ਛਪ ਚੁੱਕਿਆ। ਲਾਲ ਸਿੰਘ ਦਿਲ ਦੀ ਸਵੈ ਜੀਵਨੀ ਦਾਸਤਾਨ। ਬਚਿੰਤ ਕੌਰ ਦੀ ਸਵੈ ਜੀਵਨੀ ਪੱਗ ਡੰਡੀਆਂ। ਇਹ ਤੁਸੀਂ ਸਾਰੇ ਨਾਮ ਯਾਦ ਰੱਖਣੇ ਆ, ਇਹਨਾਂ ਦੀ ਲਿਸਟ ਬਣਾ ਲਿਓ ਇੱਕ ਬਸ। ਗੁਰਦਿਆਲ ਸਿੰਘ ਦੀ ਸਵੈ ਜੀਵਨੀ ਨਿਆਣਮੱਤੀਆਂ। ਨਿਆਣੀ ਮੱਤ ਕਹਿ ਦਿੰਦੇ ਆ ਨਾ, ਜਦੋਂ ਕੋਈ ਬੱਚਾ ਬੁੱਧੀ ਹੋਵੇ ਤੇ ਉਹਨੂੰ ਕਹਿ ਦਿੰਦੇ ਨਿਆਣੀ ਮੱਤ ਵਾਲਾ। ਇਹ ਗੁਰਦਿਆਲ ਸਿੰਘ ਪ੍ਰਸਿੱਧ ਨਾਵਲਿਸਟ ਆ ਗਿਆ ਚੇਤਾ ਨਾਮ ਮੜੀ ਦੇ ਦੀਵੇ ਵਾਲਾ। ਹਾਂ ਗੁਰਦਿਆਲ ਸਿੰਘ। ਨਿਆਣਮੱਤੀਆਂ ਤੇ ਦੂਜੀ ਦੇਹੀ, ਇਹ ਦੋ ਆ ਨਾ, ਦੋ ਇਸ ਦੀਆਂ ਸਵੈ ਜੀਵਨੀਆਂ। ਪ੍ਰਗਟ ਸਿੰਘ ਸਿੱਧੂ ਦੀ ਸਵੈ ਜੀਵਨੀ ਬੂੰਦ ਬੂੰਦ ਡੁੱਲਦੀ ਜ਼ਿੰਦਗੀ। ਉਸ ਤੋਂ ਬਾਅਦ ਖੁਸ਼ਵੰਤ ਸਿੰਘ, ਪਤਾ ਹੀ ਹੈ ਤੁਹਾਨੂੰ, ਪ੍ਰਸਿੱਧ ਹੋਇਆ ਉਹ ਆਪਣੇ ਜਿਹੜਾ ਉਹ ਇੱਕ ਲਿਖਿਆ ਇਹਨੇ ਆਪਣੇ ਨਾਵਲ ਖੁਸ਼ਵੰਤ ਸਿੰਘ ਟ੍ਰੇਨ ਟੂ ਪਾਕਿਸਤਾਨ ਵਾਲਾ ਹੈ ਨਾ। ਹਾਂ ਸਵੈ ਜੀਵਨੀ ਮੌਜ ਮੇਲਾ 2004 ਦਾ ਅਨੁਵਾਦ ਅਮਰਜੀਤ ਸਿੰਘ ਦੀਪਕ ਨੇ ਪੰਜਾਬੀ 'ਚ ਅਨੁਵਾਦ ਕੀਤਾ। ਇਹਦਾ ਮਤਲਬ ਹੀ ਖੁਸ਼ਵੰਤ ਸਿੰਘ ਨੇ ਸਵੈ ਜੀਵਨੀ ਪੰਜਾਬੀ 'ਚ ਨਹੀਂ ਲਿਖੀ ਗਈ। ਉਸ ਤੋਂ ਬਾਅਦ ਸੁਰਜੀਤ ਸਿੰਘ ਸੇਠੀ ਪ੍ਰਸਿੱਧ ਨਾਵਲਕਾਰ ਹੈ ਜਿਹੜਾ, ਉਹਦੀ ਹੈਗੀ ਹੈ ਨੀਲੀ ਦਸਤਾਰ ਦੀ ਦਾਸਤਾਨ। ਗੁਰਦਿਆਲ ਸਿੰਘ ਫੁੱਲ ਪ੍ਰਸਿੱਧ ਆਪਣੇ ਹੈਗਾ ਇਹ ਨਾਟਕਕਾਰ, ਜੀਣਾ ਵੀ ਇੱਕ ਅਦਾ ਹੈ। ਸੱਚੇ ਮਾਰਗ ਚੱਲਦੇ ਆ ਪ੍ਰਭਜੋਤ ਕੌਰ ਦੀ। ਜਸਵੰਤ ਸਿੰਘ ਨੇਕੀ ਦੀ ਹੈਗੀ ਆ ਆਪਣੇ ਛਾਂਗਿਆ ਰੁੱਖ ਤੇ ਹਮ ਹੈ ਗਿਆਨਹੀਨ ਅਗਿਆਨੀ ਬਲਦੇਵ ਸਿੰਘ। ਉਸ ਤੋਂ ਬਾਅਦ ਕੋਈ ਨਹੀਂ, ਬਾਕੀ ਸੌਖੇ, ਕੋਈ ਦਿੱਕਤ ਨਹੀਂ। ਇਹਨਾਂ ਚੀਜ਼ਾਂ ਦਾ ਕੋਈ ਏਡਾ ਇਸ਼ੂ ਨਹੀਂਗਾ। ਆਪਣੇ ਕੰਮ ਦੀਆਂ ਗੱਲਾਂ ਜਿਹੜੀਆਂ ਉਹ ਉੱਪਰ ਆਪਾਂ ਪੜ੍ਹ ਚੁੱਕੇ ਹਾਂ। ਲਓ ਜੀ ਗੱਲ ਕਰਦੇ ਹਾਂ ਸਵੈ ਜੀਵਨੀ ਸਾਹਿਤ ਦੀ। ਸਵੈ ਜੀਵਨੀ ਸਾਹਿਤ ਵਿੱਚ ਲਓ ਬੇਟਾ ਜੀ ਆਪਾਂ ਗੱਲ ਕਰੀਏ ਸਵੈ ਜੀਵਨੀ ਸਾਹਿਤ ਵਿੱਚ ਕੌਣ ਕੌਣ ਪੜ੍ਹਨੇ ਆਪਾਂ ਸੈਕੰਡ ਗ੍ਰੇਡ ਦੇ ਵਿੱਚ। ਇੱਕ ਆਪਾਂ ਪੜ੍ਹਨਾ ਪ੍ਰਿੰਸੀਪਲ ਤੇਜਾ ਸਿੰਘ, ਉਹਦੀ ਆਰਸੀ ਸਵੈ ਜੀਵਨੀ ਬਾਰੇ ਪੜ੍ਹਨਾ। ਫਿਰ ਆਪਾਂ ਪੜ੍ਹਨਾ ਨਾਨਕ ਸਿੰਘ ਦੀ ਮੇਰੀ ਦੁਨੀਆ ਸਵੈ ਜੀਵਨੀ। ਡਾਕਟਰ ਮਹਿੰਦਰ ਸਿੰਘ ਰੰਧਾਵਾ ਦੀ ਆਪ ਬੀਤੀ। ਤੇ ਇੱਕ ਤੁਹਾਡੇ ਸਾਹਮਣੇ ਦੇ ਰੱਖਿਆ ਅੰਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ ਬਾਰੇ ਪੜ੍ਹਨਾ। ਤੇ ਲਾਸਟ ਦੇ ਵਿੱਚ ਅਜੀਤ ਕੌਰ ਦੀ ਸਵੈ ਜੀਵਨੀ ਖਾਨਾ ਬਦੋਸ਼ ਬਾਰੇ ਆਪਾਂ ਗੱਲ ਕਰਨੀ ਹੈ। ਲਓ ਫਿਰ ਜਲਦੀ ਨਾਲ ਜ਼ਿਕਰ ਕਰਦੇ ਹਾਂ ਤੇ ਇਸ ਕਲਾਸ ਨੂੰ ਆਪਾਂ ਖ਼ਤਮ ਕਰਦੇ ਹਾਂ। ਫਿਰ ਸਵੈ ਜੀਵਨੀ ਸਾਹਿਤ ਨੂੰ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਤੁਹਾਨੂੰ ਪਤਾ ਹੀ ਹੈ। ਇੱਕ ਤੁਸੀਂ ਅਖਾਣ ਪ੍ਰਸਿੱਧ ਪੜ੍ਹਦੇ ਹੀ ਆ ਵੀ ਹੱਥ ਕੰਗਣ ਨੂੰ ਆਰਸੀ ਕੀ ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ, ਹੈ ਨਾ। ਆਰਸੀ ਦਾ ਸ਼ਾਬਦਿਕ ਅਰਥ ਸ਼ੀਸ਼ਾ ਹੁੰਦਾ ਹੈ, ਮਿਰਰ ਜਿਹਨੂੰ ਆਪਾਂ ਕਹਿ ਦਿੰਦੇ ਮਿਰਰ। ਪੰਜਾਬੀ ਦੀ ਪਹਿਲੀ ਸਾਹਿਤਕ ਸਵੈ ਜੀਵਨੀ ਹੈ ਮੌਲਿਕ ਬਿਰਤਾਂਤ ਜਿਹਦੇ ਵਿੱਚ ਦਿੱਤਾ ਹੋਇਆ। ਅੱਛਾ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਹੈ ਵੀ ਨਾਨਕ ਸਿੰਘ ਹੈ ਜਿਹੜਾ ਉਹ ਸਵੈ ਜੀਵਨੀ ਲਿਖ ਚੁੱਕਿਆ ਮੇਰੀ ਦੁਨੀਆ, ਪਰ ਉਸਦੀ ਸਵੈ ਜੀਵਨੀ ਹੈ ਜਿਹੜੀ ਉਹ ਨਾਵਲਾਂ 'ਤੇ ਆਧਾਰਿਤ ਹੈ। ਜਿਵੇਂ ਨਾਵਲ ਦੀ ਟਾਈਪ ਦੀ ਸ਼ੈਲੀ, ਨਾਵਲੀ ਸ਼ੈਲੀ ਦੇ ਵਿੱਚ ਲਿਖੀਆਂ ਗਈਆਂ ਕਿਉਂਕਿ ਨਾਨਕ ਸਿੰਘ ਨਾਵਲਿਸਟ ਹੈ। ਪਰ ਜਿਹੜਾ ਪ੍ਰਿੰਸੀਪਲ ਤੇਜਾ ਸਿੰਘ ਆ ਉਹ ਤੁਹਾਨੂੰ ਪਤਾ ਹੈ ਵੀ ਪ੍ਰਸਿੱਧ ਨਿਬੰਧਕਾਰ ਹੈ। ਸੋ ਨਿਬੰਧਕਾਰ ਹੈ ਜਿਹੜਾ ਪ੍ਰਸਿੱਧ ਵਾਰਤਕਕਾਰ ਹੈ, ਉਹ ਕਿੰਨੀ ਸ਼ਾਨਦਾਰ ਸਵੈ ਜੀਵਨੀ। ਇਹਦੀ ਪਹਿਲੀ ਮਤਲਬ ਕਿ ਪੰਜਾਬੀ ਦੀ ਪਹਿਲੀ ਸਾਹਿਤਕ ਸਵੈ ਜੀਵਨੀ ਹੈ ਜਿਹੜੀ ਉਹ ਨਾਨਕ ਸਿੰਘ ਦੀ ਮੇਰੀ ਦੁਨੀਆ ਨਹੀਂ ਗੀ, ਉਹ ਪ੍ਰਿੰਸੀਪਲ ਤੇਜਾ ਸਿੰਘ ਦੀ ਆਰਸੀ ਸਵੈ ਜੀਵਨੀ ਹੈ। ਮੌਲਿਕ ਬਿਰਤਾਂਤ ਇਨ ਬਿਨ ਬਿਆਨ ਕੀਤਾ ਹੂ ਬਹੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇਨ ਬਿਨ, ਹੂ ਬਹੂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਉਹਨੂੰ ਕਿਹਾ ਜਾਂਦਾ ਇਨ ਬਿਨ। ਇਹਨੂੰ ਮੈਂ ਥੋੜ੍ਹਾ ਸਹੀ ਕਰਕੇ ਲਿਖ ਦਿੰਦਾ, ਇਨ ਬਿਨ ਕਿਹਾ ਜਾਂਦਾ ਇਸ ਨੂੰ। ਇਨ ਬਿਨ ਕਿਸੇ ਘਟਨਾ ਦਾ ਹੂ ਬਹੂ ਵਰਣਨ ਕਰਨਾ, ਉਹ ਘਟਨਾ ਜਿਵੇਂ ਬੀਤੀ ਇਵੇਂ ਹੀ ਉਸ ਨੂੰ ਦਰਸਾ ਦੇਣਾ, ਉਸ ਨੂੰ ਕਿਹਾ ਜਾਂਦਾ ਹੂ ਬਹੂ ਡਿਟੋ। ਜੀਵਨ ਦੇ ਨਾਲ ਨਾਲ ਹੋਰ ਕੀ ਕੁਛ ਦੱਸਿਆ, ਸਮਾਜਿਕ ਯਥਾਰਥ ਤੇ ਚਿੱਤਰ ਤੇ ਇਤਿਹਾਸਕ ਤੱਥਾਂ ਦਾ ਵੀ ਵਰਣਨ ਕੀਤਾ। ਇਹਦਾ ਪ੍ਰਕਾਸ਼ਨ 1958 1958 ਦੇ ਵਿੱਚ ਇਹ ਪ੍ਰਕਾਸ਼ਨ ਹੁੰਦੀ ਹੈ। 14 ਕਾਂਡਾਂ ਦੇ ਵਿੱਚ 14 ਭਾਗਾਂ ਦੇ ਵਿੱਚ ਇਹ ਵੰਡੀ ਹੋਈ ਹੈ ਸਵੈ ਜੀਵਨੀ। ਉਸ ਤੋਂ ਬਾਅਦ ਲੇਖਕ ਨੇ ਇਤਿਹਾਸਕ ਕਾਲਕ੍ਰਮ ਦੇ ਵਿੱਚ ਘਟਨਾਵਾਂ ਦਾ ਵਰਣਨ ਕੀਤਾ। ਧਿਆਨ ਰੱਖਣਾ ਇਤਿਹਾਸਕ ਕਾਲਕ੍ਰਮ ਸ਼ਬਦ ਹੈ ਜਿਹੜਾ ਇਹ ਤੁਸੀਂ ਜ਼ਰੂਰ ਚੇਤੇ ਰੱਖਣਾ, ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਸੀਗਾ, ਇਹ ਇਸ ਦੇ ਨਾਲ ਸੰਬੰਧਿਤ ਹੈ। ਜੀਵਨ ਤੋਂ ਇਲਾਵਾ ਸਮਾਜਿਕ ਇਤਿਹਾਸਕ ਰਾਜਨੀਤਿਕ ਪ੍ਰਸਥਿਤੀਆਂ, ਨਿੱਜੀ ਤੇ ਘਰੇਲੂ ਜੀਵਨ, ਜੇਲ੍ਹ ਯਾਤਰਾ ਬਾਰੇ, ਸਾਹਿਤਕ ਜੀਵਨ ਬਾਰੇ ਇਹ ਇਸ ਦੀ ਪ੍ਰੋਢ ਵਾਰਤਕ ਕਲਾ ਦਾ ਉੱਤਮ ਨਮੂਨਾ ਹੈ।
मतलब प्रौढ़ मतलब सियाणप, सियाणे बंदे कहते ना, सियाणा बंदा मतलब थोड़ा वडेरी उम्र वाला। सो प्रौढ़ अवस्था की यदि कला का जिक्र ये है। समाजिक इतिहासिक दस्तावेज है ये अपने आप दे विच एक, ये है जी समाजिक इतिहासिक सबूत है अपने आप दे विच। स्वै जीवनी प्रिंसीपल तेजा सिंह की आरसी स्वै जीवनी जड़ियाँ जड़ियाँ गल्लां लिखियां हुई हू बहू चेते रखनियाँ, हू बहू इन बिन चेते रखनियाँ। ठीक है। अगली गल करते हैं आपां नानक सिंह की स्वै जीवनी मेरी दुनिया। पंजाबी साहित्य की पहली स्वै जीवनी है, पर यह पंजाबी साहित्य की पहली जिहड़ी साहित्यक स्वै जीवनी है, पहली साहित्यक स्वै जीवनी वो प्रिंसीपल तेजा सिंह की है। ठीक है, पहली जीवनी है जिहड़ी यह जरूर नानक सिंह ने मेरी दुनिया लिखी है, पर यह नावली रस है ये, इस करके इसनूं मतलब की है भी स्वै जीवनी दे गुणा दे उपर पूरी खरी नहीं उतरती। कहने का मतलब यही है, समझ गए गल नूं। मेरी दुनिया नावल वर्गा रस है ये। इस रचना विच बयान निक्कियां निक्कियां साहित्यक कथावां का रूप धारण कर गया, इस करके ये मतलब की है नावल वर्गी ये हैगी है। नावलिस्ट है नानक सिंह, नावल का प्रभाव है इहदे ते। जीवन नाल संबंधित कई घटनावां सुतंत्र कहानियां का रूप धारण कर गई, जिवें कल्लो वाला कांड है। सो कल्लो वाली कल्लो कहानी है। हुण कल्लो वाला कांड है जिहड़ा ओह नानक सिंह ने मेरी दुनिया कल्लो इहदे विच की है भी एक फीमेल करैक्टर सीगी, कई कांडां दे विच लिखी गई है स्वै जीवनी। उहदे विच एक हैगा कल्लो वाला कांड भी कल्लो वाली है, वो कहानी है अपने आप दे विच, पर वो है कित्थों आ, वो स्वै जीवनी चो लई गई। तां ही तो मैं तुहानूं कहना भी स्वै जीवनी है जिहड़ी नानक सिंह दी, स्वै जीवनी के गुणा ते स्वै जीवनी की शैली ते पूरी खरी नहीं उतरदी। होर की गल है, देखो वख-वख घटनावां नूं इक्को लड़ी दे विच परोया गया। प्रकाशन वरा 1949 दे विच इहदा होया सीगा पहला प्रकाशन 1949 दे विच होया सी। ध्यान रखियो, जां तां पुछ ले भी मेरी दुनिया का प्रकाशन वरा की है 1949, जां पुछ ले भी पहला प्रकाशन कदों होया, फिर भी 1949 ही रहूगा। ध्यान पता लग ही गया होना। हाँ, पंजाबी की पहली स्वै जीवनी है जिसका चौथा एडिशन 1959 दे विच छपिया सी। 5 दे विच मुख कांड हन। नावल वर्गू निक्कियां निक्कियां कहानियां नूं लड़ीवार जोड़िया, अपने नावलों ते पात्रां बारे भी जानकारी दिती है इस स्वै जीवनी दे विच। मतलब अपने नावलों दीयां गल्लां भी कीतियां, निजी जीवन तो इलावा होर की दस्सिया, समाजिक धार्मिक राजनीतिक सभ्याचारक परिस्थितियां दे नाल नाल तुहानूं पहलां भी दस्सिया सी मैं 12वीं वाली बुक दे विच दे रखिया भी 1947 दे वंड दा दुखांत बारे भी जिक्र किया है। हुण गल करदे आ भी डॉक्टर महेंद्र सिंह रंधावा की स्वै जीवनी आप बीती बारे। अपनी भैन के कुछ प्रतिक्रमां ते यादां द्वारा बचपन की कहानी बयान की है। ये महेंद्र सिंह रंधावा तो अपनी भैन, देखो बचपन के भैन भरा जो छोटे होंगे तो उन्हों मोह प्यार, उन्हों झगड़ा, उन्हों कर्म प्रतिक्रम है ना, ये जिहड़ियां चीज़ां वेखण नूं मिलदियां। तो वह की आ, वो बड़े कर्मां वाले होंदे बच्चे भी जिहड़े मतलब भैन भरा इकट्ठे वड्डे होंदे आ, उन्हां दा मतलब मोह प्यार अलग ही हुंदा भी एक दूजे नाल लड़ाई झगड़ा, मोह प्यार, एक दूजे दीयां शिकायतां है ना, ये जो सारिया चीज़ां जिहड़ियां ये बड़ा मतलब एक ये भी बड़ी शानदार गल है। ये जीवन है जिहड़ा हर किसी के हिस्से नहीं होंदा। अपनी भैन के कुछ प्रतिक्रमां ते यादां द्वारा बचपन की कहानी बयान की है। अपनी पढ़ाई ते भारतीय प्रशासकी सेवावां, देखो ये प्रशासकी सेवावां दे विच सीगा, IAS IPS प्रशासकी सेवावां ही होंदियां है ना, IFS शायद मैनूं लगदा उहदे विच ये सीगा हाँ, विच प्राप्त की सफलता की घालना का उल्लेख भी किया है। संस्था ते आदर्श रूप विच लोक हित किया जिहड़ा इसने, मतलब कि महेंद्र सिंह रंधावा सी जिहड़ा अपनी प्रशासकी सेवा के दौरान संस्था ते आदर्श रूप बड़ा सीगा, मतलब बाकमाल इसने देश की सेवा की सी। 1983 दे विच इसका प्रकाशन होंदा है। आप बीती का लेखक का मुढ़ला जीवन ते भैन का नाम सी हरबंस कौर। नाम चेते रखना तुसीं, अपने महेंद्र सिंह रंधावा की सिस्टर का नाम दिता होया हरबंस कौर, भैन का नाम चेते रखना तुसीं। आखिरी अध्याय दे विच पत्नी इकबाल कौर, इसका आखिरी अध्याय जिहड़ा इसकी पत्नी इकबाल कौर ने लिखिया, यह तुसीं जरूर चेते रखना है भी ਇਹਦਾ आप बीती ਜਿਹੜੀ स्वै जीवनी महेंद्र सिंह रंधावा की, ਉਹਦੇ ਵਿੱਚ ਉਸਨੇ ਆਪਣੀ ਭੈਣ हरबंस कौर ਦੇ ਨਾਲ बचपन ਦੇ ਵਿੱਚ जो बताया गया जीवन है ਉਹਦੇ बारे जिक्र किया। तो इसका आखिरी अध्याय है ਜਿਹੜਾ इसकी पत्नी इकबाल कौर ने लिखिया, ये तुसीं चेते रखना बहुत इंपोर्टेंट है।
ਪੰਜਾਬ ਦੇ ਬਾਰੇ, ਭਾਰਤ ਦੀਆਂ ਸਮਕਾਲੀਨ ਪ੍ਰਸਥਿਤੀਆਂ ਦਾ ਵਰਣਨ, ਦੇਸ਼ ਵੰਡ ਤੋਂ ਪੈਦਾ ਹੋਈਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ ਹੈ। ਲੇਖਕ ਦੇ ਸਫਲ ਪ੍ਰਬੰਧਕ, ਕਿਉਂਕਿ ਇਹ ਇੱਕ ਪ੍ਰਬੰਧਕ ਸੀਗਾ, ਹੈ ਨਾ, ਵੀ ਐਡਾ ਵੱਡਾ ਆਫੀਸਰ ਸੀਗਾ ਤਾਂ ਪ੍ਰਬੰਧਕ ਹੋਊਗਾ ਹੀ। ਗੰਭੀਰ ਚਿੰਤਕ, ਪੰਜਾਬੀ ਸੱਭਿਆਚਾਰ ਤੇ ਸਾਹਿਤ ਪ੍ਰੇਮੀ ਹੋਣ ਦਾ ਬਿੰਬ ਇਸ ਸਵੈ ਜੀਵਨੀ ਦੇ ਵਿੱਚ ਉਗਾੜਿਆ ਗਿਆ ਹੈ। ਆਪ ਬੀਤੀ ਦੇ ਵਿੱਚ ਕਾਂਗੜੇ ਦੀ ਚਿੱਤਰਕਲਾ ਲੋਕ ਗੀਤਾਂ ਵਿੱਚ ਕੀਤੀ ਗਈ ਖੋਜ ਨੂੰ ਵਿਸ਼ੇਸ਼ ਰੂਪ ਦੇ ਵਿੱਚ ਬਿਆਨ ਕੀਤਾ ਗਿਆ ਹੈ। ਇਹਦੇ ਵਿੱਚ ਕਾਂਗੜੇ ਦੀ ਚਿੱਤਰਕਲਾ ਬਾਰੇ ਸਾਰਾ ਤੁਸੀਂ ਇਹ ਵੀ ਚੇਤੇ ਰੱਖਣਾ ਤੁਸੀਂ। ਹਾਂਜੀ, ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਹੈ ਜਿਹੜੀ। ਅੰਮ੍ਰਿਤਾ ਪ੍ਰੀਤਮ ਤੁਹਾਨੂੰ ਪਤਾ ਹੀ ਹੈ, ਯਥਾਰਥ ਤੋਂ ਯਥਾਰਥ ਤੱਕ ਦਾ ਵਰਣਨ ਕਹਿੰਦੀ ਆ ਉਹ ਸਵੈ ਜੀਵਨੀ ਨੂੰ, ਹੈ ਨਾ, ਆਪਾਂ ਪੜ੍ਹਿਆ ਸੀਗਾ। ਸਵੈ ਜੀਵਨੀ ਮੂਲਕ ਰਚਨਾਵਾਂ ਦੁਆਰਾ ਇਸਤਰੀ ਲੇਖਕ ਸਵੈ ਜੀਵਨੀਆਂ ਦਾ ਪੰਜਾਬੀ ਸਾਹਿਤ ਵਿੱਚ ਆਰੰਭ ਅੰਮ੍ਰਿਤਾ ਪ੍ਰੀਤਮ ਤੋਂ ਸ਼ੁਰੂ ਹੁੰਦਾ ਹੈ। ਅੰਮ੍ਰਿਤਾ ਪ੍ਰੀਤਮ ਪਹਿਲੀ ਇਸਤਰੀ ਸਵੈ ਜੀਵਨੀਕਾਰ ਹੈ। ਰਸੀਦੀ ਟਿਕਟ ਜਿਹੜੀ ਹੈ ਉਹ ਵੈਸੇ ਤਾਂ ਇਹਨੇ ਕਈ ਸਵੈ ਜੀਵਨੀਆਂ ਸਾਹਿਤ ਰਚੇ ਹੈ, ਜਿਵੇਂ ਕਿਰਮਚੀ ਲਕੀਰਾਂ, ਕਾਲਾ ਗੁਲਾਬ, ਦਸਤਾਵੇਜ਼, ਪਰ ਰਸੀਦੀ ਟਿਕਟ ਹੈ ਜਿਹੜੀ ਇਹ ਸਭ ਤੋਂ ਵੱਧ ਪ੍ਰਸਿੱਧ ਹੋਈ ਹੈ। 1976 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਇਹ ਸਵੈ ਜੀਵਨੀ। ਹਾਂਜੀ, 1976 ਦੇ ਵਿੱਚ ਰਸੀਦੀ ਟਿਕਟ, ਤੇ ਇਹਦੀ ਤੀਜੀ ਐਡੀਸ਼ਨ 1981 ਦੇ ਵਿੱਚ ਛਪੀ ਸੀ। ਸੁਪਨ ਢੰਗ ਦੀ ਸਫਲ ਵਰਤੋਂ ਕੀਤੀ ਗਈ ਹੈ। ਸੁਪਨਾ, ਜਿਵੇਂ ਸੁਪਨਾ ਨਹੀਂ ਆਉਂਦਾ ਹੁੰਦਾ, ਸੁਪਨੇ ਦੇ ਵਿੱਚ ਕੋਈ ਗੱਲ ਚੱਲਦੀ ਹੋਵੇ, ਸੁਪਨ ਢੰਗ ਬਹੁਤ ਇੰਪੋਰਟੈਂਟ ਸ਼ਬਦ ਹੈ। ਸੁਪਨ ਢੰਗ ਦੀ ਸਫਲ ਵਰਤੋਂ ਕਰਦੇ ਹੋਏ ਜ਼ਿੰਦਗੀ ਦੇ ਯਥਾਰਥ ਅਨੁਭਵ ਅਤੇ ਅਸਫਲਤਾਵਾਂ ਨੂੰ ਵੀ ਪੇਸ਼ ਕੀਤਾ ਹੈ, ਸੁਪਨਿਆਂ ਦੁਆਰਾ ਵਿਅਕਤ ਕੀਤਾ ਹੈ। ਆਪਣੀਆਂ ਜੀਵਨ ਦੀਆਂ ਘਟਨਾਵਾਂ ਨੂੰ ਸੁਪਨਿਆਂ ਦੁਆਰਾ ਪੇਸ਼ ਕਰਨਾ, ਉਸ ਨੂੰ ਕਿਹਾ ਜਾਂਦਾ ਸੁਪਨ ਢੰਗ ਜਾਂ ਸੁਪਨ ਵਿਧੀ। ਠੀਕ ਹੈ ਬੇਟਾ ਜੀ, ਸੁਪਨ ਵਿਧੀ। ਜੀਵਨ ਦੇ ਨਾਲ ਨਾਲ ਸਾਹਿਤਕ ਜੀਵਨ ਘਟਨਾਵਾਂ ਨੂੰ ਪੇਸ਼ ਕੀਤਾ ਹੈ। ਸਮਕਾਲੀ ਲੇਖਕਾਂ ਨਾਲ ਹੋਏ ਕੌੜੇ ਅਨੁਭਵ, ਜਿਵੇਂ ਇਮਰੋਜ਼ ਦੇ ਨਾਲ ਇਹਦੇ ਸੰਬੰਧ ਵਗੈਰਾ, ਹੈ ਨਾ, ਖੁਸ਼ਵੰਤ ਸਿੰਘ ਨੂੰ ਇਹਦੇ ਵੱਲੋਂ ਲਿਖੀਆਂ ਗਈਆਂ ਚਿੱਠੀਆਂ ਵਗੈਰਾ, ਇਹ ਸਾਰੀਆਂ ਗੱਲਾਂ ਜਿਹੜੀਆਂ ਇਹਨਾਂ ਦਾ ਜ਼ਿਕਰ ਰਸੀਦੀ ਟਿਕਟ ਦੇ ਵਿੱਚ ਹੈ। ਹਾਂਜੀ, ਪ੍ਰਤੀਕਾਤਮਕ ਸ਼ੈਲੀ ਦਾ ਜ਼ਿਆਦਾ ਪ੍ਰਭਾਵ ਹੈ। ਪ੍ਰਤੀਕਾਤਮਕ ਸ਼ੈਲੀ, ਦੇਖੋ ਕਵੀ ਹੈ ਜਿਹੜਾ ਆਪਣੀ ਗੱਲ ਸਿੱਧੀ ਢੰਗ ਨਾਲ ਨਹੀਂ ਕਹਿੰਦਾ ਹੁੰਦਾ, ਪ੍ਰਤੀਕਾਂ ਦੀ ਵਰਤੋਂ ਕਰਦਾ ਹੈ। ਡਾਇਰੈਕਟ ਗੱਲ ਨਹੀਂ ਕਿਸੇ ਨੂੰ ਕਹਿਣੀ ਚਾਹੀਦੀ, ਸਿੱਧਾ ਠਾ ਸੋਟਾ ਨਹੀਂ ਮਾਰਨਾ ਚਾਹੀਦਾ, ਪ੍ਰਤੀਕਾਂ ਦੇ ਰੂਪ ਵਿੱਚ। ਕਥਾਤਮਕ ਤੇ ਕਾਵਿਕ ਸ਼ੈਲੀ ਦੀ ਵਰਤੋਂ ਹੈ। ਸਫ਼ਰਨਾਮੇ ਤੇ ਸੰਸਮਰਨ ਦੇ ਤੱਤ ਵੀ ਇਹਦੇ ਵਿੱਚ ਸ਼ਾਮਿਲ ਹਨ। ਸਵੈ ਜੀਵਨੀ ਦੇ ਵਿੱਚ ਸਫ਼ਰਨਾਮੇ ਦਾ ਤੱਤ ਵੀ ਸ਼ਾਮਿਲ ਹੈ, ਸੰਸਮਰਨ ਯਾਦਾਂ ਦਾ ਵੀ। ਆਪਣੇ ਜੀਵਨ ਦੇ 4 ਪੜਾਅ ਇਸ ਨੇ ਦੱਸੇ ਆ। ਅਚੇਤਨਤਾ ਵਾਲਾ ਪੜਾਅ, ਫਿਰ ਚੇਤਨਤਾ ਵਾਲਾ ਪੜਾਅ, ਫਿਰ ਦਲੇਰੀ ਤੇ ਇਕੱਲਤਾ। ਖੁਦ ਨੂੰ ਪਰੀ ਲੋਕ ਜਾਂ ਸੁਪਨ ਲੋਕ ਦਾ ਅਜੂਬਾ ਦੱਸਿਆ ਹੈ ਇਸ ਸਵੈ ਜੀਵਨੀ। ਕਿਹੜੀ ਸਵੈ ਜੀਵਨੀ? ਜਿਹਦਾ ਨਾਮ ਹੈ ਰਸੀਦੀ ਟਿਕਟ। ਉਹਦੇ ਵਿੱਚ ਆਪਣੇ ਆਪ ਨੂੰ ਪਰੀ ਲੋਕ ਜਾਂ ਸੁਪਨ ਲੋਕ, ਦੇਖੋ ਪਰੀ ਲੋਕ ਕਿਹਨੇ ਦੇਖਿਆ? ਵੀ ਪਰੀਆਂ ਦਾ ਕੋਈ ਸ਼ਹਿਰ ਦੇਖਿਆ? ਸੁਪਨੇ ਵਰਗਾ ਹੀ ਹੁੰਦਾ, ਹੈ ਨਾ। ਸੋ ਸੁਪਨ ਇੱਕ ਤਰ੍ਹਾਂ ਦਾ ਮਤਲਬ ਸੁਪਨ ਦ੍ਰਿਸ਼ ਦਾ ਵੀ ਵਰਣਨ ਕੀਤਾ ਹੈ ਨਾ, ਉਹਦਾ ਵੀ ਜ਼ਿਕਰ ਕੀਤਾ। ਅੱਗੇ ਆਪਾਂ ਪੜ੍ਹਨਾ ਹੈ ਅਜੀਤ ਕੌਰ ਬਾਰੇ। ਅਜੀਤ ਕੌਰ ਦੀ ਸਵੈ ਜੀਵਨੀ ਹੈ ਖਾਨਾ ਬਦੋਸ਼। ਬਈ ਮੇਰੇ ਮਨ ਦੇ ਵਿੱਚ ਨਾ ਇੱਕ ਗੱਲ ਚੱਲਦੀ ਸੀ ਵੀ ਖਾਨਾ ਬਦੋਸ਼ ਦਾ ਕੁਦਰਤੀ ਸ਼ਾਬਦਿਕ ਅਰਥ ਹੀ ਨਾ ਪੁੱਛ ਕੇ ਬਹਿ ਜੇ। ਸੋ ਖਾਨਾ ਬਦੋਸ਼ ਦਾ ਸ਼ਾਬਦਿਕ ਅਰਥ ਮੈਂ ਥੱਲੇ ਲਿਖਿਆ, ਅਵਾਰਾ, ਚੱਲਵਾਸੀ ਜਾਂ ਘੁਮੰਤੂ, ਜਿਹਦੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀ ਵੀ ਜਿਹੜੇ ਹੁੰਦੇ ਆ ਨਾ ਸਾਡੇ ਲੁਹਾਰ ਸ਼੍ਰੇਣੀ ਦੇ ਲੋਕ ਹੁੰਦੇ ਆ, ਸਾਡੇ ਪਿੰਡਾਂ ਦੇ ਵਿੱਚ ਆਉਂਦੇ ਆ, ਉਹ ਘੁਮੰਤੂ ਹੁੰਦੇ ਆ ਵਿਚਾਰੇ, ਹੈ ਨਾ। ਹਾਂ, ਲਓ ਜੀ, ਇਹਦੇ ਬਾਰੇ ਗੱਲ ਕਰਦੇ ਆ। ਬੇਬਾਕ ਤੇ ਸਪਸ਼ਟ ਰਚਨਾ। ਬੇਬਾਕ ਹੁੰਦੀ ਹੈ ਬਿਨਾਂ ਕਿਸੇ ਡਰੇ ਤੋਂ ਜਿਹੜੀ ਰਚਨਾ, ਬੇਬਾਕ। ਨਾਰੀ ਚੇਤਨਾ ਨਾਲ ਭਰਪੂਰ ਹੈ। 1982 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ। ਦੇਖੋ ਪ੍ਰਕਾਸ਼ਨ ਵਰਾ ਜਿਹੜਾ ਹੋ ਸਕਦਾ ਇੱਧਰ ਗਲਤ ਲਿਖਿਆ ਹੋਵੇ, 12ਵੀਂ ਦੀ ਬੁੱਕ ਵੇਖ ਕੇ ਦਰੁਸਤ ਕਰਨਾ ਹੈ ਤੁਸੀਂ, ਸਮਝ ਗਏ? ਇਹ ਤੁਹਾਡੀ ਡਿਊਟੀ ਹੈ, ਇਹ ਤੁਹਾਡਾ ਲੈਸਨ ਹੈ, ਇਹ ਤੁਹਾਡਾ ਹੋਮਵਰਕ ਹੈ, ਇਹ ਤੁਹਾਡਾ ਗ੍ਰਹਿ ਕਾਰਜ ਹੈ, ਇਹ ਤੁਹਾਡਾ ਘਰ ਦਾ ਕੰਮ ਹੈ। ਆਤਮ ਕਥਾ ਦੇ ਨਾਲ ਨਾਲ ਕੀ ਕੀਤਾ? ਸਵੈ ਜੀਵਨੀ ਖਾਨਾ ਬਦੋਸ਼ ਦੇ ਵਿੱਚ ਆਤਮ ਕਥਾ ਦੇ ਨਾਲ ਨਾਲ ਸਮੁੱਚੀ ਇਸਤਰੀ ਜਾਤੀ ਦੇ ਮਸਲੇ ਤੇ ਸੰਕਟਾਂ ਨੂੰ ਪੇਸ਼ ਕੀਤਾ ਹੈ। ਰਚਨਾ 7 ਅਧਿਆਇਆਂ ਦੇ ਵਿੱਚ ਵੰਡੀ ਹੈ। ਅਤੀਤ ਵਰਤਮਾਨ ਨੂੰ ਲੜੀਵਾਰ ਉਜਾਗਰ ਕੀਤਾ ਹੈ। ਆਪਣੇ ਅਤੀਤ ਪਾਸਟ ਨੂੰ ਤੇ ਵਰਤਮਾਨ ਪ੍ਰੈਜੈਂਟ ਨੂੰ ਲੜੀਵਾਰ ਉਜਾਗਰ ਕੀਤਾ ਹੈ। ਯਾਦ ਰੱਖਣਾ ਤੁਸੀਂ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦਾ ਜੋ ਸ਼ੋਸ਼ਣ ਹੋ ਰਿਹਾ ਹੈ ਉਸ ਨੂੰ ਪੇਸ਼ ਕੀਤਾ ਹੈ। ਆਪਣੇ ਜੀਵਨ ਦੇ 50 ਸਾਲਾਂ ਦਾ ਜ਼ਿਕਰ ਇਸ ਖਾਨਾ ਬਦੋਸ਼ ਸਵੈ ਜੀਵਨੀ ਦੇ ਵਿੱਚ ਕੀਤਾ ਹੈ। ਥੱਲੇ ਖਾਨਾ ਬਦੋਸ਼ ਦਾ ਸ਼ਾਬਦਿਕ ਅਰਥ ਦੇ ਰੱਖਿਆ, ਆਵਾਰਾ, ਚੱਲਵਾਸੀ ਜਾਂ ਘੁਮੰਤੂ, ਜਿਸ ਨੂੰ ਕਹਿ ਦਿੰਦੇ ਆ ਘੁੰਮਣ ਫਿਰਨ ਵਾਲਾ, ਘੁਮੰਤੂ। ਲਓ ਜੀ, ਸਵੈ ਜੀਵਨੀ ਸਾਹਿਤ ਹੋਇਆ ਖਤਮ।
ਲਾਸਟ ਹੀ ਸੀ ਆਪਣੀ ਅਜੀਤ ਕੌਰ। ਦੁਬਾਰੇ ਫੇਰ ਦੇਖ ਲਓ ਮਾੜਾ ਜਿਹਾ ਵੀ ਕਿਹੜੇ ਕਿਹੜੇ ਆ ਸਵੈ ਜੀਵਨੀ ਸਾਹਿਤਕਾਰ। ਇੱਕ ਤਾਂ ਆਪਾਂ ਪੜ੍ਹਨਾ ਸੀਗਾ ਤੇਜਾ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ, ਨਾਨਕ ਸਿੰਘ ਦੀ ਮੇਰੀ ਦੁਨੀਆ, ਮਹਿੰਦਰ ਸਿੰਘ ਰੰਧਾਵਾ ਦੀ ਆਪ ਬੀਤੀ, ਅੰਮ੍ਰਿਤਾ ਪ੍ਰੀਤਮ ਦੀ ਰਸੀਦੀ ਟਿਕਟ ਤੇ ਅਜੀਤ ਕੌਰ ਦੀ ਖਾਨਾ ਬਦੋਸ਼। ਲਓ ਜੀ ਖਤਮ ਹੋਇਆ ਸਵੈ ਜੀਵਨੀ ਸਾਹਿਤ। ਜਲਦੀ ਮਿਲਦੇ ਹਾਂ ਅਗਲੀ ਜਮਾਤ ਲੈ ਕੇ। ਸਤਿ ਸ੍ਰੀ ਅਕਾਲ, ਰੱਬ ਰਾਖਾ।